ਹੈਲੋ ਸਟੂਡੈਂਟਸ, 9ਵੀਂ ਜਮਾਤ ਦੇ ਬਹੁਤ ਹੀ ਪਿਆਰੇ ਵਿਦਿਆਰਥੀਓ। ਜਿਵੇਂ ਕਿ ਤੁਹਾਨੂੰ ਪਤਾ 2-3 ਦਿਨ ਤੋਂ ਬਾਅਦ ਤੁਹਾਡੇ ਪਾਸ ਟੈਸਟ ਹੋਣ ਜਾ ਰਿਹਾ, ਤਾਂ ਜਿਸ ਦੇ ਵਿੱਚ ਵਿਦਿਆਰਥੀਓ ਤੁਹਾਨੂੰ ਮੈਂ ਕਾਫੀ ਜ਼ਿਆਦਾ ਨੋਟਸ ਅਤੇ ਕੁਐਸਚਨਸ ਭੇਜੇ ਹੋਏ ਆ। ਪਰ ਵਿਦਿਆਰਥੀਓ, ਮੈਂ ਸੋਚ ਰਿਹਾ ਕਿਉਂ ਨਾ ਮੈਂ ਇੱਕ ਤੁਹਾਡੇ ਨਾਲ ਸਾਰੇ ਹੀ ਚੈਪਟਰਸ ਦੀ ਰਿਵੀਜ਼ਨ ਕਰ ਲਾਂ, ਤਾਂ ਕਿ ਜੇਕਰ ਮੈਨੂੰ ਜਿੱਥੋਂ ਤੱਕ ਲੱਗਦਾ ਜੋ ਤੁਹਾਡੇ ਮਨ ਵਿੱਚ ਕੋਈ ਡਾਊਟ ਹੋਏਗਾ ਤਾਂ ਸ਼ਾਇਦ ਉਹ ਕਲੀਅਰ ਹੋਣ ਦਾ ਕਾਫੀ ਚਾਂਸ ਹੋਣਗੇ। ਕਿਉਂਕਿ ਮੈਂ ਅਕਸਰ ਸਟੂਡੈਂਟਸ ਨੂੰ ਕਹਿੰਦਾ ਵੀ ਰਹਿੰਦਾ ਵੀ ਨੋਟਸ ਦੇਖ ਕੇ ਜੇਕਰ ਕੋਈ ਡਾਊਟ ਹੁੰਦਾ ਤਾਂ ਪਲੀਜ਼ ਕਾਲ ਕਰੇ ਕਰੋ ਜਾਂ ਵਟਸਐਪ ਕਰੇ ਕਰੋ। ਪਰ ਬਹੁਤ ਹੀ ਘੱਟ ਸਟੂਡੈਂਟਸ ਦਾ ਰਿਸਪੌਂਸ ਆਉਂਦਾ। ਪਰ ਮੈਂ ਅੱਜ ਸੋਚ ਰਿਹਾ ਵੀ ਤੁਹਾਨੂੰ ਜੋ ਥੋੜ੍ਹੀ ਜਿਹੀ ਬਰੀਫਿੰਗ ਕਰਦਾ ਆਟੋਮੋਬਾਈਲ ਵਿਸ਼ੇ ਅਤੇ ਇੱਕ ਨਵਾਂ ਜੋ ਵਿੱਚ ਸਿਲੇਬਸ ਐਡ ਹੋਇਆ ਇੰਪਲੋਏਬਿਲਟੀ, ਉਹਦੇ ਬਾਰੇ ਵੀ। ਇੰਪਲੋਏਬਿਲਟੀ ਬਾਰੇ ਅਸੀਂ ਬਾਅਦ ਵਿੱਚ ਪੜ੍ਹਦੇ ਹਾਂ। ਪਹਿਲਾਂ ਮੈਂ ਸਾਰਿਆਂ ਨੂੰ ਆਟੋਮੋਬਾਈਲ ਦੇ ਬਾਰੇ ਥੋੜ੍ਹਾ ਪੜ੍ਹਾ ਦਿੰਦਾ। ਵਿਦਿਆਰਥੀਓ, ਸਭ ਤੋਂ ਪਹਿਲਾਂ ਵਿਸ਼ਾ ਆਟੋਮੋਬਾਈਲ ਦੇ ਵਿੱਚ ਅਸੀਂ ਅਰਥ ਜਾਣਾਂਗੇ। ਆਟੋਮੋਬਾਈਲ ਦਾ ਕੀ ਅਰਥ ਹੁੰਦਾ ਹੈ? ਵਿਦਿਆਰਥੀਓ, ਆਟੋ ਤੋਂ ਭਾਵ ਹੁੰਦਾ ਹੈ ਆਪਣੇ ਆਪ ਅਤੇ ਮੋਬਾਈਲ ਹੁੰਦਾ ਹੈ ਚੱਲਣਾ। ਵਿਦਿਆਰਥੀਓ, ਇਸ ਲਈ ਆਟੋਮੋਬਾਈਲ ਦਾ ਅਰਥ ਹੋਇਆ ਆਪਣੇ ਆਪ ਚੱਲਣ ਵਾਲਾ। ਵਿਦਿਆਰਥੀਓ, ਸਾਰੇ ਉਹ ਵਾਹਨ ਜੋ ਕਿ ਆਪਣੇ ਆਪ ਚੱਲਦੇ ਹਨ, ਭਾਵ ਉਸ ਨੂੰ ਚਲਾਉਣ ਲਈ ਕੋਈ ਮਨੁੱਖੀ ਸ਼ਕਤੀ ਦਾ ਇਸਤੇਮਾਲ ਨਹੀਂ ਕਰਨਾ ਪੈਂਦਾ, ਨਾ ਹੀ ਕਿਸੇ ਜਾਨਵਰ ਦੀ ਸ਼ਕਤੀ ਦਾ ਇਸਤੇਮਾਲ ਕਰਨਾ ਹੈ। ਆਪਣੇ ਆਪ ਚੱਲਣ ਤੋਂ ਭਾਵ ਕਿਸੇ ਮੋਟਰ ਜਾਂ ਕਿਸੇ ਇੰਜਨ ਦੀ ਮਦਦ ਨਾਲ ਆਪਣੇ ਆਪ ਚੱਲਦੇ ਹਨ ਅਤੇ ਸੜਕ 'ਤੇ ਚੱਲਦੇ ਹਨ। ਵਿਦਿਆਰਥੀਓ, ਜਿਹੜਾ ਦੂਸਰਾ ਸਾਡਾ ਆਟੋਮੋਬਾਈਲ ਵਾਹਨਾਂ ਦੀ ਜੋ ਸਾਡੀ ਕੁਆਲਿਟੀ ਆ ਉਹ ਕਿਹੜੇ ਆ ਕਿ ਉਹ ਸੜਕ 'ਤੇ ਆਪਣੇ ਆਪ ਚੱਲਦੇ ਹੋਣ ਮੋਟਰ ਜਾਂ ਇੰਜਨ ਦੀ ਮਦਦ ਦੇ ਨਾਲ। ਉਹਨਾਂ ਨੂੰ ਅਸੀਂ ਆਟੋਮੋਬਾਈਲ ਵਾਹਨ ਕਹਿੰਦੇ ਹਾਂ। ਤਾਂ ਇਸ ਤਰ੍ਹਾਂ ਵਿਦਿਆਰਥੀਓ, ਪਰਿਭਾਸ਼ਾ ਤੋਂ ਹੀ ਕਲੀਅਰ ਹੋ ਗਿਆ ਵੀ ਸਾਰੇ ਉਹ ਵਾਹਨ ਜੋ ਤਕਰੀਬਨ ਅਸੀਂ ਰੋਡ 'ਤੇ ਚੱਲਦੇ ਹਾਂ ਦੇਖਦੇ ਹਾਂ, ਕਾਰਾਂ, ਟਰੱਕ, ਬੱਸਾਂ, ਮੋਟਰਸਾਈਕਲ, ਸਕੂਟਰ, ਜਿਹੜੇ ਅੱਜ ਕੱਲ੍ਹ ਈ ਰਿਕਸ਼ਾ ਆਏ ਆ, ਇਹ ਸਭ ਵਿਦਿਆਰਥੀਓ ਫਿਰ ਸਾਡੇ ਆਟੋਮੋਬਾਈਲ ਵਾਹਨਾਂ ਦੀ ਸ਼੍ਰੇਣੀ ਦੇ ਵਿੱਚ ਆ ਜਾਂਦੇ ਹਾਂ। ਵਿਦਿਆਰਥੀਓ, ਸਭ ਤੋਂ ਪਹਿਲਾਂ ਅਸੀਂ ਕੁਝ ਇਤਿਹਾਸ ਬਾਰੇ ਪੜ੍ਹਾਂਗੇ ਕਿ ਆਟੋਮੋਬਾਈਲ ਦਾ ਕੀ ਇਤਿਹਾਸ ਹੈ। ਵਿਦਿਆਰਥੀਓ, ਜੋ ਕਿ ਆਟੋਮੋਬਾਈਲ ਦਾ ਇਤਿਹਾਸ ਵਿਦਿਆਰਥੀਓ ਸਭ ਤੋਂ ਪਹਿਲਾਂ ਪਹੀਏ ਦੀ ਖੋਜ ਤੋਂ ਸ਼ੁਰੂ ਹੁੰਦਾ ਹੈ। ਵਿਦਿਆਰਥੀਓ, ਪਹੀਏ ਦੀ ਖੋਜ ਸਭ ਤੋਂ ਪਹਿਲਾਂ ਈਰਾਨ ਦੇ ਵਿੱਚ ਹੋਈ, ਜਿਸ ਨੂੰ ਪਹਿਲੋਂ ਉਸ ਸਮੇਂ ਵਿੱਚ ਮੈਸੋਪੋਟਾਮੀਆ ਦੇ ਨਾਂ ਦੇ ਸ਼ਹਿਰ ਦੇ ਨਾਲ ਜਾਣਿਆ ਜਾਂਦਾ ਸੀ, ਜੋ ਕਿ ਅੱਜ ਦਾ ਈਰਾਨ ਹੈ। ਵਿਦਿਆਰਥੀਓ, ਇਸ ਤੋਂ ਬਾਅਦ ਅਸੀਂ ਪੜ੍ਹਦੇ ਹਾਂ ਕਿ ਪਹੀਏ ਦੀ ਕੀ ਪਰਿਭਾਸ਼ਾ ਹੈ। ਵਿਦਿਆਰਥੀਓ, ਪਹੀਆ ਇੱਕ ਉਹ ਗੋਲਾਕਾਰ ਯੰਤਰ ਹੈ ਜੋ ਕਿ ਆਪਣੇ ਧੁਰੇ ਦੇ ਦੁਆਲੇ ਘੁੰਮਦਾ ਹੈ। ਵਿਦਿਆਰਥੀਓ, ਤੁਸੀਂ ਦੇਖਿਆ ਹੋਵੇਗਾ ਪਹੀਆ ਜੋ ਹੈ ਉਹ ਆਪਣੇ ਧੁਰੇ ਦੇ ਦੁਆਲੇ ਘੁੰਮਦਾ ਹੈ ਅਤੇ ਇੱਕ ਗੋਲਾਕਾਰ ਯੰਤਰ ਹੁੰਦਾ ਹੈ। ਵਿਦਿਆਰਥੀਓ, ਜਿੰਨੀਆਂ ਵੀ ਮਕੈਨੀਕਲ ਜਾਂ ਆਧੁਨਿਕ ਟੈਕਨੋਲੋਜੀ ਦੀਆਂ ਮਸ਼ੀਨਾਂ ਹਨ, ਉਹਦਾ ਜੋ ਮੁੱਖ ਬਣਤਰ ਹੈ, ਜੋ ਉਸਦਾ ਮੁੱਖ ਆਧਾਰ ਹੈ, ਉਹ ਪਹੀਏ ਤੋਂ ਹੀ ਸ਼ੁਰੂ ਹੁੰਦਾ ਹੈ। ਜਿਵੇਂ ਕਿ ਵਿਦਿਆਰਥੀਓ ਅਸੀਂ ਪੱਖਾ ਦੇਖਦੇ ਹਾਂ, ਪੱਖਾ ਜਦੋਂ ਚੱਲਦਾ ਹੈ ਤਾਂ ਵਿਦਿਆਰਥੀਓ ਇਹ ਵੀ ਇੱਕ ਪਹੀਏ ਦੀ ਤਰ੍ਹਾਂ ਹੀ ਘੁੰਮਦਾ ਹੈ। ਪਰ ਫਰਕ ਸਿਰਫ ਇੰਨਾ ਕਿ ਪਹੀਆ ਜਦੋਂ ਰੋਡ 'ਤੇ ਚੱਲਦਾ ਹੈ ਤਾਂ ਉਹ ਨਾਲ ਦੇ ਨਾਲ ਕੁਝ ਦੂਰੀ ਵੀ ਤੈਅ ਕਰਦਾ ਹੈ। ਉਸ ਦੇ ਬਾਰੇ ਅਸੀਂ ਬਾਅਦ ਵਿੱਚ ਵਿਸਤਾਰ ਸਹਿਤ ਪੜ੍ਹਾਂਗੇ। ਪਰ ਮੈਂ ਇੱਕ ਤੁਹਾਨੂੰ ਮੁੱਖ ਤੌਰ 'ਤੇ ਕੁਝ ਘਰੇਲੂ ਉਦਾਹਰਨਾਂ ਦੇ ਕੇ ਸਮਝਾ ਰਿਹਾ ਹਾਂ। ਇਸੇ ਤਰ੍ਹਾਂ ਵਿਦਿਆਰਥੀਓ, ਅਸੀਂ ਮੋਟਰ ਦੇਖਦੇ ਹਾਂ, ਜੋ ਘਰਾਂ 'ਚ ਮੋਟਰ ਹੁੰਦੀ ਹੈ, ਉਹ ਵੀ ਜੋ ਅਸੀਂ ਦੇਖਦੇ ਹਾਂ ਜਦੋਂ ਚੱਲਦੀ ਹੈ ਤਾਂ ਉਸਦੇ ਵਿੱਚ ਇੱਕ ਸਾਨੂੰ ਪੱਖਾ ਕਹਿ ਸਕਦੇ ਅਸੀਂ ਨਜ਼ਰ ਆਉਂਦਾ ਹੈ, ਜੋ ਕਿ ਆਪਣੇ ਧੁਰੇ ਦੇ ਦੁਆਲੇ ਘੁੰਮ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਵਿਦਿਆਰਥੀਓ, ਜੇਕਰ ਅਸੀਂ ਪਹਿਲੋਂ ਆਪਣੇ ਸੀਡੀਜ਼ ਪਲੇਅਰ ਜਾਂ ਕੈਸਟਾਂ ਦੇਖਦੇ ਸੀ ਤਾਂ ਉਹਦੇ ਵਿੱਚ ਵੀ ਜੋ ਉਸ ਨੂੰ ਚਲਾਉਣ ਦੀ ਪ੍ਰਕਿਰਿਆ ਸੀ ਉਹ ਘੁਮਾਊਦਾਰ ਸੀ, ਤਾਂ ਉਹ ਇੱਕ ਚੀਜ਼ ਆਪਣੇ ਧੁਰੇ ਦੇ ਦੁਆਲੇ ਘੁੰਮਦੀ ਸੀ। ਤਾਂ ਵਿਦਿਆਰਥੀਓ, ਇਹ ਤਾਂ ਹੋ ਗਈ ਪਹੀਏ ਦੀ ਪਰਿਭਾਸ਼ਾ। ਵਿਦਿਆਰਥੀਓ, ਪਹੀਏ ਦੇ ਆਧਾਰ 'ਤੇ ਹੀ ਆਟੋਮੋਬਾਈਲ ਵਾਹਨਾਂ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਵੰਡਿਆ ਜਾਂਦਾ ਹੈ। ਤਾਂ ਵਿਦਿਆਰਥੀਓ, ਇਹ ਨੋਟਸ ਤੁਹਾਨੂੰ ਭੇਜੇ ਹੋਏ ਹਨ, ਇਹਨਾਂ ਨੂੰ ਤੁਸੀਂ ਪੜ੍ਹਨਾ ਹੈ। ਮੈਂ ਸਿਰਫ ਜੋ ਇਸ ਦਾ ਇੱਕ ਬਰੀਫਿੰਗ ਕਰਨੀ ਹੈ ਸਾਰਿਆਂ ਦੀ। ਤਾਂ ਸਭ ਤੋਂ ਪਹਿਲਾਂ ਅਸੀਂ ਪਹੀਏ ਦੇ ਆਧਾਰ 'ਤੇ ਜੋ ਸਾਡੇ ਵਾਹਨ ਹਨ ਉਹਨਾਂ ਨੂੰ ਪੜ੍ਹਦੇ ਹਾਂ। ਤਾਂ ਵਿਦਿਆਰਥੀਓ, ਪਹੀਏ ਦੇ ਆਧਾਰ 'ਤੇ ਸਾਡੇ ਦੋ ਤਰ੍ਹਾਂ ਦੇ ਵਾਹਨ ਮੁੱਖ ਤੌਰ 'ਤੇ ਦੇਖੇ ਜਾਂਦੇ ਹਨ, 2 ਪਹੀਆ ਵਾਹਨ ਅਤੇ 4 ਪਹੀਆ ਵਾਹਨ ਅਤੇ 3 ਪਹੀਆ ਵਾਹਨ। ਵਿਦਿਆਰਥੀਓ, ਇਹਨਾਂ ਦੀ ਪਰਿਭਾਸ਼ਾ ਇਹਨਾਂ ਦੇ ਨਾਮ ਵਿੱਚ ਹੀ ਲੁਕੀ ਹੋਈ ਹੈ। ਜਿਵੇਂ 2 ਪਹੀਆ ਵਾਹਨ ਵਿਦਿਆਰਥੀਓ
ਉਹ ਵਾਹਨ ਜਿਹੜੇ 2 ਪਹੀਆਂ 'ਤੇ ਚੱਲਦੇ ਹਨ ਉਹਨਾਂ ਨੂੰ 2 ਪਹੀਆ ਵਾਹਨ ਕਿਹਾ ਜਾਂਦਾ ਹੈ, ਜਿਵੇਂ ਕਿ ਸਕੂਟਰ, ਮੋਟਰਸਾਈਕਲ ਆਦਿ। ਵਿਦਿਆਰਥੀਓ, ਇਸ ਦੇ ਵਿੱਚ ਕੋਈ ਸਟੂਡੈਂਟ ਸਾਈਕਲ ਵੀ ਕਹਿ ਸਕਦਾ ਹੈ, ਪਰ ਵਿਦਿਆਰਥੀਓ ਜੇਕਰ ਅਸੀਂ 2 ਪਹੀਆ ਵਾਹਨ ਆਟੋਮੋਬਾਈਲ ਵਾਹਨਾਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਅਸੀਂ ਸਾਈਕਲ ਦਾ ਉਦਾਹਰਣ ਨਹੀਂ ਦੇ ਸਕਦੇ, ਕਿਉਂਕਿ ਸਾਈਕਲ ਜੋ ਹੈ ਉਹ ਮਨੁੱਖੀ ਊਰਜਾ ਦਾ ਇਸਤੇਮਾਲ ਕਰਦਾ ਹੈ। ਉਸ ਨੂੰ ਚੱਲਣ ਲਈ ਕਿਸੇ ਮੋਟਰ ਜਾਂ ਇੰਜਨ ਦੀ ਵਰਤੋਂ ਨਹੀਂ ਕੀਤੀ ਜਾਂਦੀ, ਉਸ ਨੂੰ ਚਲਾਉਣ ਲਈ ਮਨੁੱਖੀ ਸ਼ਕਤੀ ਦਾ ਇਸਤੇਮਾਲ ਹੁੰਦਾ ਹੈ। ਇਸ ਲਈ ਵਿਦਿਆਰਥੀਓ ਸਾਈਕਲ ਸਿਰਫ ਇੱਕ ਵਾਹਨ ਹੈ, ਉਸ ਨੂੰ ਅਸੀਂ ਆਟੋਮੋਬਾਈਲ ਵਾਹਨ ਨਹੀਂ ਕਹਿ ਸਕਦੇ। ਤਾਂ ਵਿਦਿਆਰਥੀਓ ਨੈਕਸਟ ਸਾਡੇ ਕੋਲ ਆਉਂਦੇ ਹਨ 3 ਪਹੀਆ ਵਾਹਨ। ਵਿਦਿਆਰਥੀਓ ਉਹ ਵਾਹਨ ਜੋ 3 ਪਹੀਆਂ 'ਤੇ ਚੱਲਦੇ ਹਨ ਉਹਨਾਂ ਨੂੰ ਅਸੀਂ 3 ਪਹੀਆ ਵਾਹਨ ਕਹਿੰਦੇ ਹਾਂ, ਜਿਵੇਂ ਵਿਦਿਆਰਥੀਓ ਸਾਡੇ ਆਟੋ ਰਿਕਸ਼ਾ, ਇਹ ਸਭ ਸਾਡੇ 3 ਪਹੀਆ ਵਾਹਨ ਹਨ। ਹੁਣ ਵਿਦਿਆਰਥੀ ਜੇਕਰ ਭਾਰਤ ਦੇ ਵਿੱਚ ਦੇਖਿਆ ਜਾਵੇ ਤਾਂ 2 ਪਹੀਆ ਵਾਹਨ ਕਾਫੀ ਜ਼ਿਆਦਾ ਪ੍ਰਚਲਿਤ ਹਨ, ਜਿਹਦੇ ਵਿੱਚ ਵਿਦਿਆਰਥੀਓ ਜੇਕਰ ਮੈਂ ਖਾਲੀ ਸਥਾਨਾਂ ਦੇ ਜਾਂ ਪ੍ਰਸ਼ਨ ਉੱਤਰਾਂ ਦੇ ਹਿਸਾਬ ਨਾਲ ਚੱਲਾਂ ਤਾਂ ਮੁੱਖ ਤੌਰ 'ਤੇ ਤੁਹਾਨੂੰ ਇੱਕ ਖਾਲਿਸਤਾਨ ਜਾਂ ਪ੍ਰਸ਼ਨ ਮੋਸਟਲੀ ਪੁੱਛਿਆ ਹੀ ਜਾਂਦਾ ਹੈ। ਉਹ ਹੁੰਦਾ ਹੈ ਕਿ ਭਾਰਤ ਵਿੱਚ ਹਰ ਸਾਲ ਕਿੰਨੇ ਲੱਖ 2 ਪਹੀਆ ਵਾਹਨ ਬਣਾਏ ਜਾਂਦੇ ਹਨ। ਤਾਂ ਵਿਦਿਆਰਥੀਓ ਭਾਰਤ ਵਿੱਚ ਹਰ ਸਾਲ 50 ਲੱਖ 2 ਪਹੀਆ ਵਾਹਨ ਤਿਆਰ ਕੀਤੇ ਜਾਂਦੇ ਹਨ। ਤਾਂ ਵਿਦਿਆਰਥੀਓ ਭਾਰਤ ਦੇ ਵਿੱਚ ਜੋ 2 ਪਹੀਆ ਵਾਹਨ ਹਨ ਉਹਨਾਂ ਨੂੰ ਬਣਾਉਣ ਵਾਲੀਆਂ ਜੋ ਵੀ ਕੰਪਨੀਆਂ ਹਨ, ਇਹ ਤੁਹਾਡੀ ਇੱਕ ਐਕਟੀਵਿਟੀ ਹੋਵੇਗੀ। ਤੁਸੀਂ ਅੱਜ ਦੇਖਣਾ ਹੈ ਕਿ ਤੁਹਾਡੇ ਨੇੜੇ ਤੇੜੇ ਜਿੰਨੇ ਵੀ 2 ਪਹੀਆ ਵਾਹਨ ਭਾਵ ਮੋਟਰਸਾਈਕਲ ਜਾਂ ਸਕੂਟਰ ਆਦਿ ਹਨ, ਉਹ ਕਿਹੜੀ ਕਿਹੜੀ ਕੰਪਨੀ ਦੁਆਰਾ ਬਣਾਏ ਗਏ ਹਨ ਅਤੇ ਉਹ ਕਿਹੜੇ ਕਿਹੜੇ ਕੰਪਨੀ ਦੇ ਕਿਹੜੇ ਕਿਹੜੇ ਮਾਡਲ ਹਨ। ਜਿਵੇਂ ਵਿਦਿਆਰਥੀਓ ਜਿਵੇਂ ਆਪਾਂ ਜਾਣਦੇ ਹਾਂ ਹੋਂਡਾ ਜਾਂ ਹੀਰੋ। ਹੀਰੋ ਜੋ ਹੈ ਉਹ ਇੱਕ ਕੰਪਨੀ ਹੈ, ਪਰ ਉਸ ਦੇ ਅੱਗੋਂ ਕਈ ਸਾਰੇ ਮਾਡਲ ਪ੍ਰਚਲਿਤ ਹਨ, ਜਿਵੇਂ ਹੋਂਡਾ ਸਪਲੈਂਡਰ ਹੀਰੋ ਸਪਲੈਂਡਰ, ਹੀਰੋ ਪੈਸ਼ਨ ਐਂਡ ਹੀਰੋ ਦੇ ਹੋਰ ਵੀ ਕਈ ਸਾਰੇ ਵਿਦਿਆਰਥੀਓ ਮਾਡਲ ਜੋ ਉਪਲਬਧ ਹਨ। ਇਹ ਤੁਸੀਂ ਆਪਣੇ ਅੱਜ ਆਲੇ ਦੁਆਲੇ ਓਬਜ਼ਰਵ ਕਰਨਾ ਹੈ ਅਤੇ ਇਹਨਾਂ ਨੂੰ ਕਾਪੀ 'ਤੇ ਵੀ ਲਿਖਣਾ ਹੈ। ਨੈਕਸਟ ਵਿਦਿਆਰਥੀਓ ਜੋ 3 ਪਹੀਆ ਵਾਹਨ ਹਨ ਉਹ ਭਾਰਤ ਵਿੱਚ ਮੋਸਟਲੀ ਇੱਕ ਯਾਤਰੀ ਵਾਹਨ ਦੇ ਤੌਰ 'ਤੇ ਵਰਤੇ ਜਾਂਦੇ ਹਨ, ਭਾਵ ਉਹ ਇੱਕ ਭਾਰਤ ਦੀ ਆਵਾਜਾਈ ਦੀ ਰੀੜ੍ਹ ਦੀ ਹੱਡੀ ਸਾਬਤ ਹੁੰਦੇ ਹਨ। ਵਿਦਿਆਰਥੀਓ ਅਸੀਂ ਅਕਸਰ ਦੇਖਿਆ ਹੈ ਕਿ ਪਿੰਡਾਂ ਦੇ ਵਿੱਚ ਜਾਂ ਫਿਰ ਤੁਸੀਂ ਵੱਡੇ ਵੱਡੇ ਸ਼ਹਿਰਾਂ 'ਚ ਚਲੇ ਜਾਓਗੇ ਤਾਂ ਉੱਥੇ ਤੁਹਾਨੂੰ 3 ਪਹੀਆ ਵਾਹਨ ਜਿਨ੍ਹਾਂ ਨੂੰ ਅਸੀਂ ਆਟੋ ਰਿਕਸ਼ਾ ਕਹਿੰਦੇ ਹਨ ਉਹ ਦੇਖਣ ਨੂੰ ਮਿਲਦੇ ਹਨ, ਜੋ ਕਿ ਇੱਕ ਆਵਾਜਾਈ ਦਾ ਵਧੀਆ ਸਸਤਾ ਸਾਧਨ ਹਨ। ਵਿਦਿਆਰਥੀਓ ਮੇਰੀ ਗੱਲ ਧਿਆਨ ਨਾਲ ਸੁਣੋ, ਕੀ ਆ ਉਹ ਇੱਕ ਆਵਾਜਾਈ ਦਾ ਇੱਕ ਵਧੀਆ ਅਤੇ ਸਸਤਾ ਸਾਧਨ ਹਨ। ਇਸ ਲਈ ਵਿਦਿਆਰਥੀਓ 3 ਪਹੀਆ ਵਾਹਨਾਂ ਨੂੰ ਭਾਰਤ ਦੇ ਵਿੱਚ ਯਾਤਰੀ ਵਾਹਨ ਦੇ ਤੌਰ 'ਤੇ ਆਵਾਜਾਈ ਲਈ ਵਰਤਿਆ ਜਾਂਦਾ ਹੈ। ਨੈਕਸਟ ਵਿਦਿਆਰਥੀਓ ਸਾਡੇ ਕੋਲ ਜੋ ਆਉਂਦੇ ਹਨ ਉਹ ਹਨ, ਤੁਸੀਂ ਵਿਦਿਆਰਥੀਓ 3 ਪਹੀਆ ਵਾਹਨ 'ਚ ਇਹ ਸਲਾਈਡ ਦੇ ਉੱਪਰ ਦੇਖ ਰਹੇ ਹੋ ਇਹ ਆਟੋ ਰਿਕਸ਼ਾ, ਇਹ ਜੋ ਜਿੱਥੇ ਇੱਕ ਭਾਈ ਖੜ੍ਹਾ ਹੈ ਵਿਦਿਆਰਥੀਓ, ਇਹ ਪਹਿਲੇ ਪ੍ਰਚਲਿਤ ਹੁੰਦੇ ਸੀ ਆਟੋ ਰਿਕਸ਼ਾ, ਪਰ ਹੁਣ ਇਹ ਬੰਦ ਹੋ ਚੁੱਕੇ ਹਨ। ਇਹ ਜੋ ਨਵਾਂ ਮਾਡਲ ਦੇਖ ਰਹੇ ਹੋ ਤੁਸੀਂ ਗ੍ਰੀਨ ਅਤੇ ਯੈਲੋ ਕਲਰ ਦਾ ਵਿਦਿਆਰਥੀਓ, ਇਹ ਨਵਾਂ ਮਾਡਲ ਹੈ ਅਤੇ ਇਹ ਜੋ ਵੱਡੇ ਸ਼ਹਿਰ ਹਨ, ਜੋ ਬਿਗ ਸਿਟੀਜ਼ ਹਨ, ਉੱਥੇ ਵਿਦਿਆਰਥੀਓ ਹੈ ਜਿਹੜੇ ਆਟੋ ਰਿਕਸ਼ਾ ਉਹ CNG ਗੈਸ ਭਾਵ ਕੰਪਰੈਸਡ ਨੈਚੁਰਲ ਗੈਸ 'ਤੇ ਚਲਾਏ ਜਾਂਦੇ ਹਨ। ਅਤੇ ਵਿਦਿਆਰਥੀਓ ਇਹਨਾਂ ਨੂੰ ਯਾਤਰੀ ਅਤੇ ਕਮਰਸ਼ੀਅਲ ਭਾਵ ਵਪਾਰਕ ਦੋਨਾਂ ਹੀ ਕੰਮਾਂ ਲਈ ਇਸਤੇਮਾਲ ਦੇ ਵਿੱਚ ਲਿਆਂਦਾ ਜਾਂਦਾ ਹੈ। ਇਹ ਜੋ ਨੀਚੇ ਸਲਾਈਡ 'ਚ ਤੁਸੀਂ ਇਹ ਵਾਲੇ ਦੇਖ ਰਹੇ ਹੋ ਵਿਦਿਆਰਥੀਓ, ਇਹ ਸਾਰੇ ਤੁਹਾਡੇ ਕਮਰਸ਼ੀਅਲ ਆਟੋ ਰਿਕਸ਼ਾ ਹਨ, 3 ਪਹੀਆ ਵਾਹਨ ਹਨ। ਨੈਕਸਟ ਵਿਦਿਆਰਥੀਓ ਅਸੀਂ ਪੜ੍ਹਦੇ ਹਾਂ ਯਾਤਰੀ ਅਤੇ ਕਮਰਸ਼ੀਅਲ ਵਾਹਨ। ਵਿਦਿਆਰਥੀਓ ਯਾਤਰੀ ਅਤੇ ਕਮਰਸ਼ੀਅਲ ਭਾਵ ਵਪਾਰਕ ਵਾਹਨ ਕਿਹੜੇ ਹੁੰਦੇ ਹਨ? ਵਿਦਿਆਰਥੀਓ ਉਹ ਵਾਹਨ ਜਿਨ੍ਹਾਂ ਦੀ ਵਰਤੋਂ ਸਿਰਫ ਯਾਤਰੀਆਂ ਦੀ ਢੋਆ ਢੁਆਈ ਲਈ ਹੁੰਦੀ ਹੈ ਉਹਨਾਂ ਨੂੰ ਅਸੀਂ ਯਾਤਰੀ ਵਾਹਨ ਕਹਿੰਦੇ ਹਾਂ। ਵਿਦਿਆਰਥੀਓ ਜਿਵੇਂ ਕਿ ਬੱਸ ਵਿਦਿਆਰਥੀਓ ਯਾਤਰੀਆਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਲੈ ਕੇ ਜਾਂਦੀ ਹੈ ਅਤੇ ਇਸ ਨੂੰ ਅਸੀਂ ਯਾਤਰੀ ਵਾਹਨ ਕਹਿ ਸਕਦੇ ਹਾਂ। ਜਿਵੇਂ ਸਾਡੀਆਂ ਛੋਟੀਆਂ ਟੈਕਸੀਆਂ ਹੋ ਗਈਆਂ ਵਿਦਿਆਰਥੀਓ, ਇਹ ਵੀ ਸਾਡੇ ਕੀ ਹੈ ਇੱਕ ਯਾਤਰੀ ਵਾਹਨ ਹਨ, ਇਹ ਵੀ ਯਾਤਰੀਆਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਲਿਜਾਣ ਦੇ ਕੰਮ ਆਉਂਦੇ ਹਨ। ਸਾਡੀਆਂ ਕਾਰਾਂ ਜੋ ਹਨ ਉਹ ਵੀ ਉਹਨਾਂ ਨੂੰ ਅਸੀਂ ਵਿਅਕਤੀਗਤ ਯਾਤਰੀ ਵਾਹਨ ਕਹਿ ਸਕਦੇ ਹਾਂ ਵਿਦਿਆਰਥੀਓ, ਕਿਉਂਕਿ ਉਸ ਕਾਰਾਂ ਦਾ ਉਪਯੋਗ ਵੀ ਅਸੀਂ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਲਈ ਆਵਾਜਾਈ ਲਈ ਕਰਦੇ ਹਾਂ। ਦੂਸਰੇ ਵਿਦਿਆਰਥੀਓ ਸਾਡੇ ਕੋਲ ਹੁੰਦੇ ਹਨ ਵਪਾਰਕ ਵਾਹਨ। ਵਿਦਿਆਰਥੀਓ ਵਪਾਰਕ ਵਾਹਨ ਉਹ ਹੁੰਦੇ ਹਨ ਜਿਨ੍ਹਾਂ ਦਾ ਇਸਤੇਮਾਲ ਵਪਾਰਿਕ ਕੰਮ ਲਈ ਕੀਤਾ ਜਾ ਸਕਦਾ ਹੈ। ਜਿਵੇਂ ਵਿਦਿਆਰਥੀਓ ਸਾਡੇ ਟਰੱਕ ਜਾਂ ਫਿਰ
ਸਾਡੇ ਬੱਸਾਂ ਨੂੰ ਵਿਦਿਆਰਥੀਓ ਅਸੀਂ ਯਾਤਰੀ ਵਾਹਨ ਵੀ ਕਹਿ ਸਕਦੇ ਹਨ ਅਤੇ ਵਪਾਰਕ ਵਾਹਨ ਵੀ। ਪਰ ਵਿਦਿਆਰਥੀਓ ਜੋ ਟਰੱਕ ਹੈ ਉਹ ਸਾਡੀ ਵਪਾਰਕ ਵਾਹਨ ਦੀ ਬਹੁਤ ਹੀ ਵਧੀਆ ਉਦਾਹਰਨ ਹੈ, ਕਿਉਂਕਿ ਉਸ ਦੇ ਵਿੱਚ ਅਸੀਂ ਸਮਾਨ ਦੀ ਢੋਆ ਢੁਆਈ, ਭਾਵ ਜੋ ਸਮਾਨ ਦਾ ਅਸੀਂ ਵਪਾਰ ਕਰਦੇ ਹਾਂ ਉਸਨੂੰ ਇੱਕ ਥਾਂ ਤੋਂ ਦੂਸਰੀ ਸਟੇਟ ਜਾਂ ਫਿਰ ਦੂਸਰੇ ਕਸਬੇ ਦੇ ਵਿੱਚ ਪਹੁੰਚਾਉਂਦੇ ਹਨ, ਤਾਂ ਕਿ ਉਸਨੂੰ ਜੋ ਸਾਡਾ ਵਪਾਰ ਹੈ ਉਹ ਕਾਮਯਾਬ ਤਰੀਕੇ ਨਾਲ ਹੋ ਸਕੇ। ਵਿਦਿਆਰਥੀਓ ਇਸੇ ਵਿੱਚ ਸਾਡੇ ਅਗਲੀ ਸ਼੍ਰੇਣੀ ਆਉਂਦੀ ਹੈ ਵਿਦਿਆਰਥੀਓ ਖੇਤੀਬਾੜੀ ਵਾਹਨ। ਵਿਦਿਆਰਥੀਓ ਤੁਸੀਂ ਦੇਖਿਆ ਹੋਵੇਗਾ ਵੀ ਖੇਤੀਬਾੜੀ ਕਰਨ ਲਈ ਅਲੱਗ ਤਰ੍ਹਾਂ ਦੇ ਵਾਹਨਾਂ ਦਾ ਇਸਤੇਮਾਲ ਹੁੰਦਾ ਹੈ। ਅਸੀਂ ਮੋਟਰਸਾਈਕਲ, ਬੱਸ ਜਾਂ ਟਰੱਕ ਨੂੰ ਖੇਤੀਬਾੜੀ ਦੇ ਕੰਮਾਂ ਲਈ ਇਸਤੇਮਾਲ ਨਹੀਂ ਕਰਦੇ। ਤੁਸੀਂ ਆਪਣੇ ਆਲੇ ਦੁਆਲੇ ਅਕਸਰ ਦੇਖਿਆ ਹੋਵੇਗਾ ਵੀ ਖੇਤੀਬਾੜੀ ਦੇ ਕੰਮਾਂ ਨੂੰ ਜੋ ਵੀ ਵਾਹਨ ਇਸਤੇਮਾਲ ਹੁੰਦੇ ਹਨ ਉਹਨਾਂ ਦੀ ਬਣਤਰ ਜੋ ਸਾਡੇ ਆਮ ਵਾਹਨ ਹਨ ਜਿਵੇਂ ਟਰੱਕ, ਬੱਸਾਂ ਅਤੇ ਕਾਰਾਂ ਤੋਂ ਅਲੱਗ ਹੁੰਦੀ ਹੈ। ਇਸ ਦੇ ਵਿੱਚ ਵਿਦਿਆਰਥੀਓ ਖੇਤੀਬਾੜੀ ਵਾਹਨ ਦੇ ਵਿੱਚ ਟਰੈਕਟਰ ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ ਹੈ ਵਿਦਿਆਰਥੀਓ। ਜੇਕਰ ਟੈਕਨੀਕਲ ਤਰੀਕੇ ਨਾਲ ਮੈਂ ਦੇਖਣਾ ਹੋਵੇ ਤਾਂ ਟਰੈਕਟਰ ਇੱਕ ਉਹ ਇੰਜੀਨੀਅਰਿੰਗ ਵਾਹਨ ਹੈ ਜੋ ਕਿ ਘੱਟ ਗਤੀ ਉੱਤੇ ਜ਼ਿਆਦਾ ਜ਼ੋਰ ਮੁਹੱਈਆ ਕਰਵਾਉਂਦਾ ਹੈ। ਵਿਦਿਆਰਥੀਓ ਪਰਿਭਾਸ਼ਾ ਧਿਆਨ ਦੇ ਨਾਲ ਸੁਣਨੀ ਹੈ, ਕਿਉਂਕਿ ਅਕਸਰ ਹੀ ਪੇਪਰ ਦੇ ਵਿੱਚ ਇਹ ਪਰਿਭਾਸ਼ਾ ਤੁਹਾਨੂੰ ਪੁੱਛੀ ਜਾਂਦੀ ਹੈ। ਵਿਦਿਆਰਥੀਓ ਪਰਿਭਾਸ਼ਾ ਕੀ ਹੈ ਵੀ ਟਰੈਕਟਰ ਇੱਕ ਉਹ ਇੰਜੀਨੀਅਰਿੰਗ ਵਾਹਨ ਹੈ ਜੋ ਕਿ ਘੱਟ ਗਤੀ ਮਤਲਬ ਘੱਟ ਰਫ਼ਤਾਰ ਉੱਪਰ ਜ਼ਿਆਦਾ ਜ਼ੋਰ ਮੁਹੱਈਆ ਕਰਾਉਂਦਾ ਹੈ ਅਤੇ ਖੇਤੀਬਾੜੀ ਸੰਦ ਜਾਂ ਔਜ਼ਾਰ ਇਸ ਦੇ ਉੱਤੇ ਰੱਖੇ ਜਾਂ ਫਿਰ ਇਸ ਨਾਲ ਖਿੱਚੇ ਜਾ ਸਕਦੇ ਹਨ। ਵਿਦਿਆਰਥੀਓ ਅਸੀਂ ਦੇਖਦੇ ਹਾਂ ਵੀ ਟਰੈਕਟਰ ਨੂੰ ਅਸੀਂ ਕੋਈ ਗਤੀ ਹਾਸਲ ਕਰਨ ਲਈ ਨਹੀਂ ਵਰਤਦੇ, ਇਸ ਨੂੰ ਅਸੀਂ ਖੇਤੀਬਾੜੀ ਦੇ ਕੰਮ ਵਿੱਚ ਵਰਤਦੇ ਹਾਂ ਕਿਉਂਕਿ ਇਹ ਜ਼ਿਆਦਾ ਤਾਕਤ ਮੁਹੱਈਆ ਕਰਾਉਂਦਾ ਹੈ। ਤਾਂ ਜਿੰਨੇ ਵੀ ਖੇਤੀਬਾੜੀ ਦੇ ਵਿੱਚ ਇਸਤੇਮਾਲ ਹੋਣ ਵਾਲੇ ਸੰਦ ਜਾਂ ਔਜ਼ਾਰ ਹੁੰਦੇ ਹਨ ਜਿਵੇਂ ਹੱਲ ਹੋ ਗਏ, ਸੁਹਾਗਾ ਹੋ ਗਿਆ, ਇਹ ਸਾਰੇ ਜਿਹੜੇ ਸੰਦ ਜਾਂ ਔਜ਼ਾਰ ਜਾਂ ਕੜਾਹ ਕਰਦੇ ਹਾਂ ਵਿਦਿਆਰਥੀਓ, ਆਪਾਂ ਤਵੀਆਂ ਚਲਾਉਂਦੇ ਹਾਂ, ਤਾਂ ਇਹ ਸਾਰੇ ਜੋ ਸੰਦ ਜਾਂ ਔਜ਼ਾਰ ਹਨ ਇਸ ਦੇ ਨਾਲ ਹੀ ਖਿੱਚੇ ਜਾਂ ਇਸ ਦੇ ਨਾਲ ਇਸ ਦੇ ਉੱਤੇ ਰੱਖ ਕੇ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ। ਨੈਕਸਟ ਵਿਦਿਆਰਥੀਓ ਇੱਕ ਸਾਡੇ ਕੋਲ ਖੇਤੀਬਾੜੀ ਵਾਹਨ ਜੋ ਸਾਡੇ ਸਿਲੇਬਸ 'ਚ ਕਾਫੀ ਪ੍ਰਚਲਿਤ ਹੈ ਉਹ ਹੈ ਕੰਬਾਈਨ ਹਾਰਵੈਸਟਰ। ਵਿਦਿਆਰਥੀਓ ਇਹ ਜੋ ਤੁਸੀਂ ਸਲਾਈਡ ਦੇ ਵਿੱਚ ਕੰਬਾਈਨ ਹਾਰਵੈਸਟਰ ਦੇਖ ਰਹੇ ਹੋ ਇਹ ਤੁਸੀਂ ਆਮ ਦੇਖੀ ਹੋਏਗੀ, ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਕੰਪੈਨ ਕਹਿੰਦੇ ਹਾਂ ਵਿਦਿਆਰਥੀਓ। ਐਕਚੁਅਲੀ ਵਿਦਿਆਰਥੀਓ ਅੱਜ ਤੋਂ ਬਾਅਦ ਜੋ ਵੀ ਆਟੋਮੋਬਾਈਲ ਦੇ ਸਟੂਡੈਂਟਸ ਹਨ ਉਹ ਇਸ ਨੂੰ ਕੰਬਾਈਨ ਨਹੀਂ ਕਹਿਣਗੇ, ਉਸ ਨੂੰ ਕੰਬਾਈਨ ਹਾਰਵੈਸਟਰ ਕਹਿਣਗੇ। ਵਿਦਿਆਰਥੀਓ ਇਹ ਦੇਖੋ ਇਹ ਜੋ ਸਲਾਈਡ ਦੇ ਵਿੱਚ ਸਾਨੂੰ 2-3 ਨਜ਼ਰ ਆ ਰਹੀਆਂ ਇਹ ਸਭ ਸਾਡੀਆਂ ਕੰਬਾਈਨ ਹਾਰਵੈਸਟਰ ਹਨ। ਵਿਦਿਆਰਥੀਓ ਕੰਬਾਈਨ ਹਾਰਵੈਸਟਰ ਦਾ ਇਸਤੇਮਾਲ ਸਾਡਾ ਫਸਲ ਕੱਟਣ, ਅਲੱਗ-ਅਲੱਗ ਤਰ੍ਹਾਂ ਦੀ ਫਸਲਾਂ ਨੂੰ ਕੱਟਣ ਦੇ ਕੰਮ ਆਉਂਦੀਆਂ ਹਨ। ਵਿਦਿਆਰਥੀਓ ਇਹਨਾਂ ਨੂੰ ਵਰਤਣ ਦਾ ਲਾਭ ਇਹ ਹੈ ਕਿ ਇੱਕੋ ਹੀ ਸਮੇਂ ਵਿੱਚ 3 ਕੰਮ ਜਿਵੇਂ ਕਿ ਵਾਢੀ, ਕਟਾਈ ਅਤੇ ਵਰਗੀਕਰਨ ਇੱਕ ਹੀ ਸਮੇਂ 'ਤੇ ਕਰ ਲੈਂਦੀ ਹਨ ਅਤੇ ਸਾਡੇ ਸਮੇਂ ਦੀ ਬਚਤ ਕਰਦੀਆਂ ਹਨ ਅਤੇ ਇਸ ਦੇ ਨਾਲ ਹੀ ਸਾਡੇ ਮਜ਼ਦੂਰਾਂ ਦੀ ਘੱਟ ਗਿਣਤੀ ਦਾ ਇਸਤੇਮਾਲ ਵੀ ਹੁੰਦਾ ਹੈ। ਵਿਦਿਆਰਥੀਓ ਤੁਸੀਂ ਦੇਖ ਰਹੇ ਹੋ ਇਸ ਦੇ ਨਾਲ ਸਾਨੂੰ 2 ਫਾਇਦੇ ਹੋ ਜਾਂਦੇ ਹਨ। ਪਹਿਲਾ ਮਜ਼ਦੂਰਾਂ ਦੀ ਘੱਟ ਲੋੜ ਪੈਂਦੀ ਹੈ ਅਤੇ ਦੂਸਰਾ ਸਮੇਂ ਦੀ ਬਚਤ ਹੋ ਜਾਂਦੀ ਹੈ ਕਿਉਂਕਿ ਇਹ ਇੱਕ ਹੀ ਸਮੇਂ 'ਤੇ ਸਾਡੇ 3 ਕੰਮ ਇਕੱਠੇ ਕਰ ਲੈਂਦੀ ਹੈ ਜਿਸ ਨੂੰ ਵਾਢੀ, ਛਟਾਈ ਅਤੇ ਵਰਗੀਕਰਨ ਕਹਿੰਦੇ ਹਨ। ਇਸ ਲਈ ਵਿਦਿਆਰਥੀ ਇਸ ਨੂੰ ਕੰਬਾਈਨ ਮਤਲਬ ਇਕੱਠ ਸ਼ਬਦ ਤੋਂ ਲਿਆ ਗਿਆ ਹੈ, ਇਸ ਨੂੰ ਕੰਬਾਈਨ ਹਾਰਵੈਸਟਰ ਕਹਿੰਦੇ ਹਨ। ਨੈਕਸਟ ਵਿਦਿਆਰਥੀਓ ਅਸੀਂ ਦੇਖਦੇ ਹਾਂ ਸਾਡੇ ਕੋਲ ਉਸਾਰੀ ਦੇ ਕੰਮਾਂ ਲਈ ਵੀ ਵਿਦਿਆਰਥੀਓ ਬੁਲਡੋਜ਼ਰ, ਰੋਡ ਰੋਲਰ, ਤੁਸੀਂ ਬੁਲਡੋਜ਼ਰ ਦੀ ਆਮ ਤੁਸੀਂ ਦੇਖਿਆ ਹੀ ਹੋਏਗਾ, ਜਿੱਥੇ ਵੀ ਕਿਤੇ ਸੜਕ ਦੀ ਉਸਾਰੀ ਹੋ ਰਹੀ ਹੋਏਗੀ ਤੁਸੀਂ ਇਸ ਤਰ੍ਹਾਂ ਦਾ ਉਪਕਰਨ ਦੇਖਿਆ ਹੋਏਗਾ, ਇਸ ਨੂੰ ਬੁਲਡੋਜ਼ਰ ਕਹਿੰਦੇ ਹਨ। ਵਿਦਿਆਰਥੀਓ ਇਸ ਸਲਾਈਡ 'ਚ ਜੋ ਅਸੀਂ ਦੇਖ ਰਹੇ ਹਾਂ ਇਸ ਨੂੰ ਰੋਡ ਰੋਲਰ ਕਹਿੰਦੇ ਹਨ। ਇਹ ਸਭ ਜੋ ਵਾਹਨ ਹਨ ਵਿਦਿਆਰਥੀਓ ਜਿਵੇਂ ਆ ਸਾਡੇ ਡੰਪਰ, ਜਿਸ ਦਾ ਵਿਦਿਆਰਥੀਓ ਡੰਪਰ ਟਰੱਕ ਦੀ ਤਰ੍ਹਾਂ ਹੁੰਦੇ ਹਨ ਪਰ ਇਸ ਦਾ ਜੋ ਉੱਪਰਲਾ ਸਿਰਾ ਉਹ ਖੁੱਲ੍ਹਾ ਹੁੰਦਾ ਹੈ ਜਿਸ ਦੇ ਵਿੱਚ ਰੇਤ, ਬਜਰੀ ਜਾਂ ਫਿਰ ਮਿੱਟੀ ਆਦਿ ਦੀ ਢੋਆ ਢੁਆਈ ਕਰਨ ਲਈ ਇਹ ਵਰਤੇ ਜਾਂਦੇ ਹਨ। ਵਿਦਿਆਰਥੀਓ ਇਹ ਸਾਰੇ ਔਜ਼ਾਰੀ ਦੇ ਕੰਮਾਂ ਲਈ ਵਰਤੇ ਜਾਣ ਵਾਲੇ ਵਾਹਨ ਹਨ। ਨੈਕਸਟ ਵਿਦਿਆਰਥੀਓ ਸਾਡੇ ਕੋਲ ਇੱਕ ਹੋਰ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਆਉਂਦਾ ਹੈ ਕਿ ਨਵੀਨ ਡੰਪਰਾਂ ਦੇ ਵਿੱਚ ਕਿੰਨੇ ਟਨ ਭਾਰ ਚੁੱਕਣ ਦੀ ਸਮਰੱਥਾ ਹੁੰਦੀ ਹੈ। ਤਾਂ ਵਿਦਿਆਰਥੀਓ ਇਸ ਦਾ ਸਹੀ ਜਵਾਬ ਹੋਵੇਗਾ ਨਵੀਨ ਡੰਪਰਾਂ ਦੇ ਵਿੱਚ 10 ਟਨ ਤੱਕ ਭਾਰ ਚੁੱਕਣ ਦੀ ਸਮਰੱਥਾ ਹੁੰਦੀ ਹੈ। ਨੈਕਸਟ ਵਿਦਿਆਰਥੀਓ ਖਾਸ ਵਾਹਨ। ਵਿਦਿਆਰਥੀ ਜੋ ਰੇਲ ਹੈ ਸਾਡੀ ਉਹ ਇੱਕ ਖਾਸ ਵਾਹਨ ਦੇ ਵਿੱਚ ਆਉਂਦਾ ਹੈ, ਉਸ ਨੂੰ ਅਸੀਂ ਆਟੋਮੋਬਾਈਲ ਵਾਹਨ ਨਹੀਂ ਕਹਿ ਸਕਦੇ, ਇਸ ਨੂੰ ਅਸੀਂ ਲੋਕੋਮੋਟਿਵ
ਲੋਕੋਮੋਟਿਵ ਵਾਹਨ ਕਹਿੰਦੇ ਹਨ। ਮੈਂ ਤੁਹਾਨੂੰ ਪਹਿਲੋਂ ਹੀ ਦੱਸਿਆ ਸੀ ਕਿ ਆਟੋਮੋਬਾਈਲ ਵਾਹਨ ਤੋਂ ਵਿਦਿਆਰਥੀਓ ਸਿਰਫ ਉਹ ਵਾਹਨ ਹੋਣਗੇ ਜਿਹੜੇ ਸਾਡੇ ਇੰਜਨ ਜਾਂ ਮੋਟਰ ਦੀ ਮਦਦ ਨਾਲ ਚੱਲਦੇ ਹਨ ਆਪਣੇ ਆਪ, ਅਤੇ ਰੋਡ ਉੱਪਰ ਚੱਲਦੇ ਹਨ। ਵਿਦਿਆਰਥੀਓ ਇਸ ਗੱਲ ਨੂੰ ਧਿਆਨ ਨਾਲ ਸੁਣੋ, ਰੋਡ ਉੱਪਰ ਚੱਲਦੇ ਹਨ ਉਹ ਆਟੋਮੋਬਾਈਲ ਵਾਹਨ ਹਨ। ਪਰ ਰੇਲ ਵੀ ਸਾਡੀ ਇੰਜਨ ਦੀ ਮਦਦ ਦੇ ਨਾਲ ਚੱਲਦੀ ਹੈ, ਪਰ ਇਹ